हेलो एवरीवन, गुड मॉर्निंग। आज ਆਪਾਂ ਨੈਕਸਟ ਸਟਾਰਟ ਕਰਦੇ ਹਾਂ ਆਊਚੀ ਜ਼ੈਡ ਥਿਊਰੀ। ਠੀਕ ਹੈ, ਆਊਚੀ ਜ਼ੈਡ ਥਿਊਰੀ ਵਿਲੀਅਮ ਆਊਚੀ ਥਿਊਰੀ ਜ਼ੈਡ ਇਨ अर्ਲੀ 80s ਦੇ ਵਿੱਚ ਇਸਨੇ ਡਿਸਕਵਰ ਕੀਤੀ ਸੀ। ਇਹ ਕੋਈ ਸਟੋਰੀ ਕੋਈ ਕਿਸੇ ਮਤਲਬ ਪਰਟੀਕੂਲਰ ਸਟ੍ਰਿਕਟਲੀ ਸਾਈਨ ਨਹੀਂ ਸੀ, ਪਰ ਜਸਟ ਇਹ ਹਿਊਮਨ ਬਿਹੇਵੀਅਰ ਦਾ, ਜਿੱਦਾਂ ਆਪਾਂ ਨੇ ਹਿਊਮਨ ਬਿਹੇਵੀਅਰ ਦਾ ਕੀਤਾ ਸੀ ਨਾ ਥਿਊਰੀ ਐਕਸ ਥਿਊਰੀ ਵਾਈ, ਉਹਨਾਂ ਦੇ ਕੇਸਿਸ ਦੇ ਵਿੱਚ ਥਿਊਰੀਜ਼ ਨਹੀਂ, ਬਟ ਜਸਟ ਉਹਨਾਂ ਨੂੰ ਡਿਨੋਟ ਕਰਨ ਲਈ ਕਿ ਆਰਗੇਨਾਈਜੇਸ਼ਨ ਕਿੱਦਾਂ ਕੰਮ ਕਰਨ, ਉਹਦੇ ਅਕੋਰਡਿੰਗ ਆਪਾਂ ਨੇ ਇਹ ਚੀਜ਼ ਬਣਾਈ ਹੈ। ठीक है, आउची कम आउट विद दिस थ्योरी आफ्टर मेकिंग उसने अमेरिकन ते जैपनीज़ मैनेजमेंट ਨੂੰ प्रॉपर थॉरली रीड किया। ठीक है, एक इंटीग्रेटिव मॉडल बनाया जिहदे विच बहुत बेस्ट चीज़ां अमेरिकन ते जैपनीज़ प्रैक्टिस दी उहदे विच लिखियां। उन्हें लिखिया कि जैपनीज़ मैनेजमेंट दी की स्ट्रेंथ है, अमेरिकन मैनेजमेंट दी की स्ट्रेंथ है। उन्हां दी की सोशल कोहेजन, कोई उन्हां च कोई किसी नूं उच्चा नीवां नहीं बोलता। जॉब सिक्योरिटी, कदे उन्हां नूं काम तो नहीं कड्ढिया जांदा, हमेशा इंप्लॉइज़ दे कंसर्न नूं सुनिया जांदा है। ऑटोनॉमी मतलब ऑटोनॉमी नहीं होंदी उहदे विच, इंडिविजुअल ऑटोनॉमी प्रैफरेंस इंडिविजुअल नूं भी उन्नी ही दित्ती जांदी है। सिंगल ऑटोनॉमी नहीं होंदी, वेरीअस डिफरेंट लैवल ते होंदी है। इनोवेशन, क्रिएटिविटी, ये सारी अमेरिकन मैनेजमेंट दी स्पीडी डिसीजन मेकिंग, रिस्क टेकिंग स्किल्स इंडिविजुअल्स। ठीक है, थ्योरी जेड मिक्सड है, यूएस जैपनीज़ मैनेजमेंट सिस्टम फॉर मॉडर्न ऑर्गेनाइजेशंस। ठीक है, फीचर्स की ने एस्टैबलिशमेंट ऑफ ट्रस्ट जिन्ना होंदा है भी ऑर्गेनाइजेशन दे विच ट्रस्ट नाल कम करती है, इंटीग्रिटी ओपननेस होंदी है, तां ये एटमोसफेयर क्रिएट कर दिंदियां ने जिहदे विच कॉन्फ्लिक्ट लड़ाई झगड़े होण दे जिहड़ियां चीज़ां होंदियां ने ओह मिनीमम हो जांदियां ने। अकॉर्डिंग टू ट्रस्ट ऑफ आउची, इहदा ट्रस्ट का मतलब की है, ट्रस्ट बिटवीन एम्प्लॉयज, सुपरविजन, वर्क ग्रुप, मैनेजमेंट, यूनियंस एंड गवर्नमेंट एक्सेट्रा। इंप्लॉयमेंट फॉर लॉन्ग टर्म, अगर बिजनेस थोड़ा बंद भी हो रहा है, तो लॉसिस भी हो रहे हैं, दैट इट मीनस ले ऑफ। तो ये सिचुएशन ले ऑफ की सिचुएशन के भी जिमें सपोज एग्जाम्पल लगा ली आप मतलब डिमोनेटाइजेशन नहीं, हाँ कोविड ड्यू टू है ना कोविड पेंडेमिक, ਇਹਦੇ ਵਿੱਚ ਕੀ ਹੋਇਆ, ਕਈ ਆਰਗੇਨਾਈਜੇਸ਼ਨਸ ਦੇ ਆਪਣੇ ਵਰਕਰਸ ਨੂੰ ਕੱਢ ਦਿੱਤਾ ਕਿਉਂਕਿ ਉਹਨਾਂ ਨੂੰ ਆਟੋਮੈਟਿਕਲੀ ਲੋਸ ਹੋ ਰਿਹਾ ਸੀ ਅਤੇ ਦੇ ਕਾਂਟ ਪੇ ਸੈਲਰੀ ਟੂ ਦੈਮ, ਦੇ ਕਾਂਟ ਪੇ ਸਫੀਸ਼ੀਐਂਟ ਪੇ ਟੂ ਦੈਮ, ਸੋ ਦੇ ਮਤਲਬ ਉਹਨਾਂ ਨੇ ਡਿਸਕਾਰਡ ਕਰਤਾ, ਉਹਨਾਂ ਨੂੰ ਕੱਢ ਦਿੱਤਾ। ਬਟ ਇਹਦੇ ਵਿੱਚ ਇਹ ਚੀਜ਼ ਨਹੀਂ ਹੁੰਦੀ, ਇਹ ਮੈਨੇਜਰ ਨੂੰ ਓਨੇ ਟਾਈਮ ਤੱਕ ਆਪਣੇ ਕੋਲ ਰੱਖਦੇ ਆ, ਸੈਲਰੀ ਪ੍ਰੋਵਾਈਡ ਕਰਦੇ ਆ। ਠੀਕ ਹੈ, ਉਹਨਾਂ ਨੂੰ ਵੀ ਕਹਿੰਦੇ ਨੇ ਕਿ ਹਾਂ ਵੀ ਸ਼ੇਅਰ ਹੋਲਡਰਸ ਅਤੇ ਓਨਰਸ ਨੂੰ ਕਹਿ ਦਿੰਦੇ ਨੇ ਕਿ ਦੈਟ ਯੂ ਹੈਵ ਟੂ ਬੇਅਰ ਲॉसेस ਫॉर द शॉर्ट वाइल टू प्रिवेंट एन इंप्लॉय। ठीक है, ਇਹਦੇ ਵਿੱਚ ਕੀ ਹੁੰਦਾ, ਬਟ ਪ੍ਰਮੋਸ਼ਨ ਬਹੁਤ ਲੋ ਲੈਵਲ 'ਤੇ ਹੁੰਦਾ। ਪਾਰਟੀਸੀਪੇਟਿਵ ਡਿਸੀਜ਼ਨ ਮੇਕਿੰਗ ਦੇ ਵਿੱਚ ਕੀ ਹੁੰਦਾ ਵੀ ਜਦੋਂ ਮੈਨੇਜਮੈਂਟ ਦੇ ਹੱਥ ਵਿੱਚ ਸਾਰਾ ਡਿਸੀਜ਼ਨ ਹੋਵੇ ਨਾ, ਇੰਪਲੋਈ ਨੂੰ ਸਿਰਫ ਫਾਈਨਲ ਡਿਸੀਜ਼ਨ ਕਨਵੇ ਕਰਨ ਲਈ ਬੁਲਾਇਆ ਜਾਵੇ, ਇਹ ਉਹ ਚੀਜ਼ ਨਹੀਂ ਇਹਦੇ ਵਿੱਚ ਹੁੰਦੀ। ਇਹਦੇ ਵਿੱਚ ਕੀ ਹੁੰਦਾ बट ऑल द डिसीजन इंप्लॉयज़ ਜਿਹੜੇ ਜਿਵੇਂ ਪਾਰਟੀਸੀਪੇਟ ਹੁੰਦੇ ਨੇ, ਇੰਪਲਾਈਜ਼ ਐਂਡ ਮੈਨੇਜਮੈਂਟ ਬੈਠਦੇ ਨੇ, ਇਕੱਠੇ ਬੈਠਦੇ ਨੇ, ਆਪਣੇ ਅਬਿਊਜ਼ ਐਕਸਚੇਂਜ ਕਰਦੇ ਨੇ, ਇੱਕ ਦੂਜੇ ਨੂੰ ਦੱਸਦੇ ਨੇ, ਟੇਕ ਡਾਊਨ ਨੋਟਸ ਬਣਾਉਂਦੇ ਨੇ, ਫਿਰ ਡਿਸੀਜ਼ਨ 'ਤੇ ਜੁਆਇੰਟਲੀ ਇਕੱਠੇ ਆਉਂਦੇ ਨੇ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ ਕਿ ਇੰਪਲੋਈਜ਼ ਨੂੰ ਵੀ ਰਿਕਗਨਾਈਜੇਸ਼ਨ ਮਿਲੇ, ਕਿ ਉਹਨਾਂ ਦੇ ਵੀ ਸੁਜੈਸ਼ਨਸ, ਉਹਨਾਂ ਦੀ ਵੀ ਪ੍ਰੋਬਲਮਸ, ਉਹਨਾਂ ਦੇ ਵੀ ਜੈਨੂਅਨ ਰੀਜ਼ਨਸ ਆਪਾਂ ਨੂੰ ਅੱਗੇ ਸੁਣਨ ਨੂੰ ਮਿਲਣ। ਠੀਕ ਹੈ, ਇਹ ਤਾਂ ਮੇਨ ਰੀਜ਼ਨ ਹੁੰਦਾ ਸੀਗਾ ਜਿਹੜੀ ਆਪਾਂ ਨੇ ਉਹਨੇ ਥਿਊਰੀ ਸਰਚ ਕੀਤੀਆਂ। ਸਟਰਕਚਰਲੈਸ ਆਰਗੇਨਾਈਜੇਸ਼ਨ, ਇਹਦੇ ਵਿੱਚ ਕੋਈ ਹਾਰਡਲੀ ਸਟਰਕਚਰ ਨਹੀਂ ਫੋਲੋ ਕਰਦਾ। ਠੀਕ ਹੈ, ਜਿੱਦਾਂ ਇੱਕ ਹੁੰਦਾ ਆਊਚੀ ਪ੍ਰਪੋਜ਼ ਸਟਰਕਚਰਲੈਸ ਆਰਗੇਨਾਈਜੇਸ਼ਨ ਰਨਸ ਨੋਟ ਔਨ ਦ ਬੇਸਿਸ ਆਫ, ਇਹ ਵੀ ਐਵੇਂ ਨਹੀਂ ਹੋਣਾ ਚਾਹੀਦਾ ਕਿ ਸੁਪੀਰੀਅਰ ਸਬਆਰਡੀਨੇਟ ਦਾ ਅਲੱਗ ਰਿਲੇਸ਼ਨ, ਟੌਪ ਮੈਨੇਜਮੈਂਟ ਦੇ ਅਲੱਗ ਰਿਲੇਸ਼ਨ, ਦੈਟ ਇੱਕ ਹਾਇਰਾਰਕੀ ਨਹੀਂ ਫੋਲੋ ਹੋਣੀ ਚਾਹੀਦੀ। ਦੈਟ ਇਜ਼ ਹਾਇਰਾਰਕੀ ਮਤਲਬ ਇੱਕ ਸਟਰਕਚਰਡ ਆਰਗੇਨਾਈਜੇਸ਼ਨ, ਸਟਰਕਚਰਲੈਸ ਆਰਗੇਨਾਈਜੇਸ਼ਨ, ਦੈਟ ਦ ਆਰਗੇਨਾਈਜੇਸ਼ਨ ਵਿਦਾਊਟ ਐਨੀ ਹਾਇਰਾਰਕੀ, ਹੈ ਨਾ, ਵੇਅਰ एवरीवन इज़ इक्वल, है ना। ਇਹਦੇ ਵਿੱਚ ਫਾਰਮਰ ਰਿਲੇਸ਼ਨਸ਼ਿਪ, ਸਪੈਸ਼ਲਾਈਜੇਸ਼ਨ ਆਫ ਟਾਸਕ ਪੋਜੀਸ਼ਨ ਬਟ ਔਨ ਦ ਬੇਸਿਸ ਆਫ ਟੀਮ ਵਰਕ ਐਂਡ ਅੰਡਰਸਟੈਂਡਿੰਗ ਇਨ ਆਰਗੇਨਾਈਜੇਸ਼ਨ ਇਨਫੇਸਿਸ ਜ਼ਿਆਦਾ ਧਿਆਨ ਕਿਤੇ ਦਿੱਤਾ ਜਾਂਦਾ ਸੀਗਾ, ਵਰਕ ਐਂਡ ਕੋਆਪਰੇਸ਼ਨ, ਸ਼ੇਅਰਿੰਗ ਇਨਫੋਰਮੇਸ਼ਨ, ਰਿਸੋਰਸਿਸ ਐਂਡ ਪਲਾਨਸ ਐਟ ਵੇਰੀਅਸ ਲੈਵਲ ਵਿਦਾਊਟ ਫ੍ਰਿਕਸ਼ਨ, ਕੋਈ ਜ਼ੋਰ ਦੇ ਨਹੀਂ, ਆਪਣੀ ਮਰਜ਼ੀ ਦੇ ਨਾਲ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ।
To promote the system thinking among employees, they must be asked to take turn in various departments and various level to find out how their work affect other or is affected by others. different ਜਗ੍ਹਾ ਤੇ ਆਪਾਂ ਨੂੰ ਪੁਆਇੰਟ ਕਰਦੇ ਸੀ ਕਿ ਉਹਨਾਂ ਦਾ ਕੰਮ ਦੂਸਰੇ ਨੂੰ ਕਿਵੇਂ ਇਫੈਕਟ ਕਰ ਰਿਹਾ, ਦੂਸਰੇ ਦਾ ਕੰਮ ਉਹਨਾਂ ਨੂੰ ਕਿਵੇਂ ਇਫੈਕਟ ਕਰ ਰਿਹਾ। ਠੀਕ ਹੈ। reconciliation, adjustment, give and take in an organization, ਉਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ। ਠੀਕ ਹੈ ਕਿ ਰੀਕਨਸੀਲੇਸ਼ਨ ਕਿਸੇ ਨਾਲ ਪਿਆਰ ਨਾਲ ਕਿਵੇਂ ਰਹਿਣਾ, ਐਡਜਸਟ ਕਿੱਦਾਂ ਕਰਨਾ ਕਿਸੇ ਨਾਲ, ਕਿ ਕਦੇ ਤੁਹਾਨੂੰ ਦੇਣਾ ਵੀ ਪਏਗਾ, ਕਦੇ ਤੁਹਾਨੂੰ ਮਿਲਦਾ ਵੀ ਹੈ ਇਨ ਐਨ ਆਰਗੇਨਾਈਜੇਸ਼ਨ। ਠੀਕ ਹੈ, ਦੈਟ ਇਜ਼ ਵਾਟ ਇਟ ਮੀਨ ਬਾਈ ਸਟਰਕਚਰਲੈਸ ਆਰਗੇਨਾਈਜੇਸ਼ਨ। ਹੋਲਿਸਟਿਕ ਕੰਸਰਨ ਫॉर ਇੰਪਲਾਈਜ਼, ਹੋਲਿਸਟਿਕ ਕੰਸਰਨ ਫॉर ਇੰਪਲਾਈਜ਼ ਮਤਲਬ ਹੋਲਿਸਟਿਕ ਮਤਲਬ ਉਹਨੂੰ ਸਾਰਾ ਹੀ ਸਕਿੱਲਸ ਆਪਣੀ ਕੁਛ ਵੀ ਆਪਣੇ ਫਰੈਂਕਲੀ ਉਹਦੇ ਨਾਲ ਗੱਲ ਕਰਨੀ। ਹੋਲਿਸਟਿਕ ਮਤਲਬ ਕੰਪਲੀਟ, ਹੋਲਿਸਟਿਕ ਮਤਲਬ ਕੰਪਲੀਟ ਹੋਲ। To obtain commitment from employees, leader must be prepared to invest their time, energies in developing employee skills। ਮਤਲਬ ਉਹਨਾਂ ਨੂੰ ਵੀ ਇੰਪਲੋਈਜ਼ ਨੂੰ ਵੀ ਹੈਲਪ ਕਰਨਾ ਚਾਹੀਦਾ ਕਿ ਉਹਨਾਂ ਦੀ ਐਨਰਜੀ ਨੂੰ ਡਿਵੈਲਪ ਕਰਨ, ਸਕਿੱਲਸ ਨੂੰ ਡਿਵੈਲਪ ਕਰਨ, ਆਈਡੀਆਜ਼ ਸ਼ੇਅਰਲੀ ਓਪਨਲੀ ਅਤੇ ਫਰੈਂਕਲੀ ਦੱਸਣ, ਕਲਾਸ ਇੰਟਰਵਲ ਬ੍ਰੇਕ ਹੋਵੇ, ਅਪੋਰਚੁਨਿਟੀਜ਼ ਕ੍ਰੀਏਟ ਹੋਣ ਇੰਪਲੋਈਜ਼ ਲਈ। ਦ ਬੇਸਿਕ objectives to work cooperatively, willingly, enthusiastically, बहुत अच्छे तरीके नाल काम करना। The attempt must to be create a healthy work climate where employees do not see any conflict between their personal goals and organizational goals। ਵੀ ਜਿਹਦੇ ਵਿੱਚ ਕੋਈ ਵੀ ਕਨਫਲਿਕਟ ਨਾ ਆਵੇ। ਰਿਸਪੋਂਸੀਬਿਲਿਟੀ, ਹਰ ਇੱਕ ਨੂੰ ਆਪਣੀ ਰਿਸਪੋਂਸੀਬਿਲਿਟੀ ਦਾ ਧਿਆਨ ਹੋਣਾ ਚਾਹੀਦਾ। ਗਰੁੱਪ ਦੇ ਵਿੱਚ ਰਿਸਪੋਂਸੀਬਿਲਿਟੀ ਲੈਣੀ ਚਾਹੀਦੀ, ਇੰਡੀਵਿਜੂਅਲੀ ਨਹੀਂ ਲੈਣੀ ਚਾਹੀਦੀ। ਪ੍ਰਮੋਸ਼ਨ ਇਹਦੇ ਵਿੱਚ ਸਲੋ ਹੁੰਦਾ ਸੀ ਕਿਉਂਕਿ ਟਾਈਮ ਦੇ ਬੇਸਿਸ 'ਤੇ ਨਹੀਂ, ਇਹਦੇ ਵਿੱਚ ਸਕਿੱਲ ਅਤੇ ਪਰਫੋਰਮੈਂਸ ਦੇ ਬੇਸਿਸ 'ਤੇ ਪ੍ਰਮੋਸ਼ਨ ਹੁੰਦਾ ਸੀ। ਕੈਰੀਅਰ, ਠੀਕ ਹੈ, ਤਾਂ ਦਿਸ ਥਿਊਰੀਜ਼ ਇਨ ਫੇਵਰ ਆਫ ਮੋਡਰੇਟਲੀ ਸਪੈਸ਼ਲਾਈਜ਼ਡ ਕੈਰੀਅਰ ਰਾਦਰ ਦੈਨ ਮੋਡਰੇਟਲੀ ਸਪੈਸ਼ਲਾਈਜ਼ਡ ਕੈਰੀਅਰ ਦੇ ਵਿੱਚ ਇਹਦਾ ਫੋਕਸ ਜ਼ਿਆਦਾ ਹੁੰਦਾ ਸੀ ਰਾਦਰ ਦੈਨ ਸਪੈਸ਼ਲਾਈਜ਼ਡ ਨੋਨ ਸਪੈਸ਼ਲਾਈਜ਼ਡ। ਹਿਊਮਨ ਰਿਸੋਰਸਿਸ ਸ਼ੁੱਡ ਬੀ ਡਿਵੈਲਪ ਥਰੂ ਜੋਬ। ਕਿਵੇਂ ਹਿਊਮਨ ਰਿਸੋਰਸ ਕਿਵੇਂ ਡਿਵੈਲਪ ਹੁੰਦੇ, ਜਿਵੇਂ ਜੋਬ ਇਨਲਾਰਜਮੈਂਟ, ਜੋਬ ਇਨਰਿਚਮੈਂਟ। ਠੀਕ ਹੈ, ਮਤਲਬ ਇੰਪਲੋਈ ਦੀ ਸਟੈਗਨੇਸ਼ਨ ਰਿਡਿਊਸ ਹੁੰਦੀ ਸੀ ਇਹਦੇ ਵਿੱਚ। ਠੀਕ ਹੈ, ਲੈਂਥ ਆਫ ਇੰਪਲੋਇਮੈਂਟ, ਕੁਛ ਫੈਕਟਰਸ ਇਹ ਡਿਫਰੈਂਟ ਕੰਪਨੀ, US ਮੈਨੇਜਮੈਂਟ, ਜੈਪਨੀਜ਼ ਅਤੇ ਥਿਊਰੀ ਸੈੱਟ ਅਤੇ ਸੈੱਟ ਆਏਗਾ। ਠੀਕ ਹੈ, ਰਿਲੇਟਿਵਲੀ ਇਹਦੇ ਵਿੱਚ ਕੀ ਹੁੰਦਾ ਸੀਗਾ, ਸ਼ਾਰਟ ਟਰਮ ਲੇ ਆਫ ਇਫ ਬਿਜ਼ਨਸ ਨੀਡਸ ਔਰ ਵਰਕਰ ਮੂਵ ਇਟ ਇਫ ਬੈਟਰ ਆਪਸ਼ਨ ਆਰ ਅਵੇਲੇਬਲ। ਠੀਕ ਹੈ, ਇਹ ਸ਼ਾਰਟ ਟਰਮ ਲਈ ਹੁੰਦਾ ਸੀਗਾ। ਠੀਕ ਹੈ, ਅਗਰ ਇਹਦੇ ਵਿੱਚ ਕੀ ਮਤਲਬ ਹੈ ਇਸਦਾ ਕਿ ਅਗਰ ਲੇ ਆਫ ਹੋ ਗਿਆ ਬਿਜ਼ਨਸ, ਵਰਕਰਸ ਚਾਹੁੰਦੇ ਨੇ ਛੱਡਣਾ, ਉਹਨਾਂ ਨੂੰ ਬੈਟਰ ਆਪਸ਼ਨ ਮਿਲ ਰਿਹਾ, ਉਹ ਛੱਡ ਸਕਦੇ ਆ ਲਾਈਫ ਟਾਈਮ। ਠੀਕ ਹੈ, ਇਹ ਲੇ ਆਫ ਕਦੇ ਵੀ ਨਹੀਂ ਯੂਜ਼ ਕੀਤੇ ਜਾਂਦੇ, ਰਿਡਿਊਸ ਕੋਸਟ। ਠੀਕ ਹੈ, ਐਵਰੀ ਵਰਕਰ ਕਮਿਟ ਹੋ ਜਾਂਦਾ ਆਰਗੇਨਾਈਜੇਸ਼ਨ ਨਾਲ ਥਰੂ ਆਊਟ ਦੇਅਰ ਲਾਈਫ। ਲੌਂਗ ਟਰਮ ਬਟ ਨਾਟ ਨੈਸੈਸਰੀ ਲਾਈਫ ਟਾਈਮ। ਲੌਂਗ ਟਰਮ ਚੱਲਦਾ ਰਹਿੰਦਾ ਬਟ ਇਹ ਨਹੀਂ ਹੁੰਦਾ ਇਹਦੇ ਵਿੱਚ ਲਾਈਫ ਟਾਈਮ ਲਈ ਨਹੀਂ ਹੁੰਦਾ, ਕਦ ਮਰਜ਼ੀ ਅਸੀਂ ਆਪਣਾ ਛੱਡ ਕੇ ਜਾ ਸਕਦੇ ਹਾਂ। ਪ੍ਰਮੋਸ਼ਨ, ਇਹ ਪਰਫੋਰਮੈਂਸ ਦੇ ਵਿੱਚ ਹੁੰਦਾ ਹੈ। ਸਲੋ ਪ੍ਰਮੋਸ਼ਨ ਹੁੰਦਾ ਕਿਉਂਕਿ ਇਹਦੇ ਨਾਲ ਲਾਈਫ ਕਮਿਟਮੈਂਟ ਜੁੜੀ ਹੁੰਦੀ ਹੈ ਇੰਪਲੋਈ ਦੀ। ਸਲੋ ਇਵੈਲੂਏਸ਼ਨ ਐਂਡ ਪ੍ਰਮੋਸ਼ਨ। ਸਪੈਸ਼ਲਾਈਜੇਸ਼ਨ, ਵਰਕਰਸ ਸਪੈਸ਼ਲਾਈਜੇਸ਼ਨ ਇਨ ਫੰਕਸ਼ਨਲ ਏਰੀਆ, ਜਿਵੇਂ ਮੈਨੇਜਮੈਂਟ ਹੈ, ਮੈਨੇਜਮੈਂਟ ਦੇ ਵਿੱਚ ਹੀ ਆਵੇ। ਪ੍ਰੋਡਕਸ਼ਨ ਹੈ, ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਹੀ ਆਵੇ। ਵਰਕਰ ਰਿਕੁਆਇਰਸ ਐਕਸਪਰਟਾਈਜ਼ ਇਨ ਆਲ, ਹਰ ਕੰਮ ਦੇ ਵਿੱਚ, ਕਿਉਂਕਿ ਆਪਾਂ ਪੜ੍ਹਿਆ ਸੀ ਨਾ ਕਿ ਕਿਸੇ ਵੀ ਕੰਮ ਦੇ ਵਿੱਚ ਭੇਜ ਸਕਦੇ ਆਪਣੇ ਆਈਡੀਆਜ਼ ਸ਼ੇਅਰ ਕਰਨ ਲਈ। ਮੋਡਰੇਟ ਸਪੈਸ਼ਲਾਈਜੇਸ਼ਨ ਚਾਹੀਦੀ ਹੁੰਦੀ ਹੈ। ਡਿਸੀਜ਼ਨ ਮੇਕਿੰਗ, ਮੈਨੇਜਰਸ ਇੰਡੀਵਿਜੂਅਲੀ, ਇਹਦੇ ਵਿੱਚ ਸਾਰੇ ਕਲੈਕਟਿਵਲੀ ਡਿਸੀਜ਼ਨ ਲੈਂਦੇ ਆ, ਇਹਦੇ ਵਿੱਚ ਪਾਰਟੀਸਿਪੇਟਿਵ ਡਿਸੀਜ਼ਨ ਹੁੰਦਾ ਹੈ। ਰਿਸਪੋਂਸੀਬਿਲਿਟੀ ਇੰਡੀਵਿਜੂਅਲ ਦੀ, ਗਰੁੱਪ ਸ਼ੇਅਰ ਕਰਦਾ ਹੈ, ਅਸਾਈਨ ਟੂ ਇੰਡੀਵਿਜੂਅਲ। ਕੰਟਰੋਲ, ਐਕਸਪਲਿਸਿਟ ਇਨਫੋਰਮਲ ਕੰਟਰੋਲ ਹੁੰਦਾ ਹੈ ਬਿਟਵੀਨ ਮੈਨੇਜਰਸ ਐਂਡ ਸੁਪੀਰੀਅਰ ਐਂਡ ਸਬਆਰਡੀਨੇਟਸ। ਇੰਪਲੀਸਿਟ ਇਨਫੋਰਮਲ ਕੰਟਰੋਲ ਹੁੰਦਾ ਹੈ। ਇਨਫੋਰਮਲ ਕੰਟਰੋਲ ਹੁੰਦਾ ਰਿਲੇਟਿਵਲੀ, ਕੁਛ ਇਨਫੋਰਮਲ ਕੁਛ ਫੋਰਮਲ। concern for workers, this task oriented focus is on work related aspects। work ਦਾ ਮੇਨ ਹੁੰਦਾ, ਇਹਦੇ ਵਿੱਚ ਹੁੰਦਾ ਹੋਲ ਲਾਈਫ ਇੰਪਲੋਈਜ਼ ਦੀ ਆਪਾਂ ਕੰਸੀਡਰ ਕਰਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਮਿਊਚੁਅਲ ਟਰਸਟ ਅਤੇ ਕੌਨਫੀਡੈਂਸ ਅਤੇ ਓਰੀਐਂਟੇਸ਼ਨ, ਇਹ ਬਣਦੀ ਹੈ ਥਿਊਰੀ ਸੈੱਟ। ਠੀਕ ਹੈ, ਕੁਛ ਆਪਣੇ ਕੋਲ ਨੀਚੇ ਮੈਰਿਟਸ ਆਫ ਥਿਊਰੀ ਸੈੱਟ। ਥਿਊਰੀ ਸੈੱਟ ਕੰਬਾਈਨ ਕਰਦੀ ਹੈ ਦੋ ਪ੍ਰੈਕਟਿਸਿਸ ਨੂੰ, ਜੈਪਨੀਜ਼ ਅਤੇ ਅਮੈਰੀਕਨ ਸਟਾਈਲ ਆਫ ਮੈਨੇਜਮੈਂਟ। ਠੀਕ ਹੈ, ਇਟ ਪ੍ਰਮੋਟਸ ਵਰਕਰਸ ਕੰਟਰੀਬਿਊਸ਼ਨ ਬਾਈ ਟਰਾਂਸਫਾਰਮਿੰਗ ਐਟੀਟਿਊਡਸ ਆਫ ਇੰਪਲਾਈਜ਼ ਐਂਡ ਮੈਨੇਜਰਸ।
ਇਹਦੇ ਵਿੱਚ ਆਪਾਂ ਵਰਕਰ ਦੇ ਐਟੀਟਿਊਡ ਨੂੰ ਆਪਾਂ ਕੰਟਰੀਬਿਊਟ ਕਰਦੇ ਹਾਂ, ਇੰਪਲੋਈਜ਼ ਅਤੇ ਮੈਨੇਜਰ ਦੇ ਡਿਸੀਜ਼ਨ ਮਤਲਬ ਰਿਲੇਸ਼ਨਸ ਨੂੰ ਚੇਂਜ ਕਰਦੇ ਹਾਂ। ਇਹਦੇ ਵਿੱਚ ਆਪਾਂ ਨੂੰ ਜੋਬ ਸਿਕਿਉਰਿਟੀ ਮਿਲਦੀ ਹੈ, ਲੌਂਗ ਟਰਮ ਇੰਪਲੋਇਮੈਂਟ ਮਿਲਦੀ ਹੈ। ਇਹਦੇ ਵਿੱਚ ਸ਼ੋ ਹੁੰਦਾ ਕਿ ਉਹ ਆਪਣੀ ਇੰਪਲੋਈਜ਼ ਲਈ ਸੋਚਦੇ ਨੇ, ਠੀਕ ਹੈ। ਇਹ ਟੂਵਰਡਸ ਕੁਆਲਿਟੀ ਆਫ ਵਰਕ ਦੇ ਵਿੱਚ ਕੰਸੀਡਰ ਕਰਦੇ ਨੇ, ਜੋ ਵੀ ਜਿਵੇਂ ਸਲੋ ਪ੍ਰਮੋਸ਼ਨ ਹੁੰਦਾ ਅਗੇਂਸਟ ਪੋਲਿਸੀ ਇਨ ਇਨਫੋਰਮਲ ਕੰਟਰੋਲ, ਟਰਸਟ, ਕੌਨਫੀਡੈਂਸ, ਕੋਆਪਰੇਸ਼ਨ ਮੈਨੇਜਰ ਅਤੇ ਇੰਪਲੋਈਜ਼ ਦੇ ਵਿੱਚ ਇਹ ਥਿਊਰੀ ਲੈ ਕੇ ਆਉਂਦੀ ਹੈ। ਕ੍ਰਿਟੀਸਾਈਜ਼ ਕੀ ਹੈ ਇਹਦੇ ਵਿੱਚ ਕੀ ਹੈ ਕਿ ਇੰਪਲੋਏ ਪਾਰਟੀਸੀਪੇਟ ਕਰੇਗਾ ਡਿਸੀਜ਼ਨ ਮੇਕਿੰਗ ਦੇ ਵਿੱਚ, ਠੀਕ ਹੈ। ਇਟ ਮੇ ਨੋਟ ਬੀ ਪੋਸੀਬਲ ਇਨ ਐਵਰੀ ਆਰਗੇਨਾਈਜੇਸ਼ਨ ਐਂਡ ਇਨ ਮੈਨ, ਇਹ ਹਰ ਕੰਟਰੀ ਦੇ ਵਿੱਚ ਹਰ ਆਰਗੇਨਾਈਜੇਸ਼ਨ ਦੇ ਵਿੱਚ ਨਹੀਂ ਪੋਸੀਬਲ ਹੈਗਾ। ਦ ਥਿਊਰੀ ਇਜ਼ ਬੇਸਡ ਔਨ ਗਰੁੱਪ ਫੀਲਿੰਗ ਅਮੰਗ ਇੰਪਲੋਈਜ਼, ਠੀਕ ਹੈ। ਜਦੋਂ ਡਿਫਰੈਂਟ ਕਾਸਟ, ਰਿਲੀਜਨ, ਲੈਂਗੁਏਜ ਹੋਏਗੀ, ਕਿਸੇ ਦੀ ਪੰਜਾਬੀ ਲੈਂਗੁਏਜ ਹੈ, ਕਿਸੇ ਦੀ ਇੰਗਲਿਸ਼ ਲੈਂਗੁਏਜ ਹੈ, ਤਾਂ ਕਮਿਊਨੀਕੇਸ਼ਨ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਇਨਫੋਰਮਲ ਆਰਗੇਨਾਈਜੇਸ਼ਨ ਦੇ ਵਿੱਚ ਕੀ ਹੁੰਦਾ ਹੈ, in strong element of theory set but it will work only along with the formal organization, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਉਹਨਾਂ ਨੇ ਕਿਹਾ ਸੀ ਨਾ ਸਟਰਕਚਰਲੈਸ ਆਰਗੇਨਾਈਜੇਸ਼ਨ ਤੁਸੀਂ ਫੋਲੋ ਕਰਨੀ ਹੈ। ਇਨਫੋਰਮਲ ਆਰਗੇਨਾਈਜੇਸ਼ਨ ਵੀ ਉਦੋਂ ਇੱਕ ਸਟਰੋਂਗ ਐਲੀਮੈਂਟ ਸਾਬਿਤ ਹੋਏਗਾ ਜਦ ਆਪਾਂ ਫਾਰਮਲ ਆਰਗੇਨਾਈਜੇਸ਼ਨ ਵੀ ਨਾਲ ਨਾਲ ਉਸ 'ਤੇ ਫੋਲੋ ਅਪ ਕਰਾਂਗੇ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਥਿਊਰੀ ਜ਼ੈਡ ਮੈਨੇਜਮੈਂਟ ਨੂੰ ਲੋਸਿਸ ਬੀਅਰ ਕਰਨੇ ਪੈਂਦੇ ਨੇ, ਜਿੱਦਾਂ ਅਗਰ ਇੰਪਲੋਈਜ਼ ਮੇ ਹੈਵ ਟੂ ਫੋਰਗੋ ਦੇਅਰ, ਉਹਨਾਂ ਨੂੰ ਪ੍ਰਮੋਸ਼ਨਸ ਨੂੰ ਭੁੱਲਣਾ ਪੈਂਦਾ, ਇਨਸੈਂਟਿਵਸ ਵਾਸਤੇ ਭੁੱਲਣਾ ਪੈਂਦਾ ਆਰਗੇਨਾਈਜੇਸ਼ਨ ਦੇ ਸੇਕ ਲਈ। ਇਹ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ ਇੰਡੀਆ ਦੇ ਵਿੱਚ ਨਹੀਂ ਹੁੰਦੀਆਂ, ਠੀਕ ਹੈ। ਉਹ ਤੋਂ ਬਾਅਦ ਕੀ ਹੈ ਵੀ ਹੁਣ ਆਪਣੀ ਇੰਡੀਆ ਦੇ ਵਿੱਚ ਇਹ ਚੀਜ਼ ਨਹੀਂ ਪੋਸੀਬਲ, ਕਿਉਂਕਿ ਹਰ ਸਟੇਕ ਹੋਲਡਰ ਨੂੰ ਆਪਣਾ ਹੀ ਇੰਟਰਸਟ ਇੰਪੋਰਟੈਂਟ ਹੁੰਦਾ ਹੈ। ਜਿੱਦਾਂ ਕੁਝ ਇੰਡੀਅਨ ਕੰਪਨੀਜ਼ ਨੇ ਥਿਊਰੀ ਜ਼ੈਡ ਨੂੰ ਐਕਸਪੈਰੀਮੈਂਟ ਕੀਤਾ ਸੀਗਾ, ਇੱਕ ਮਾਰੂਤੀ ਉਦਯੋਗ ਲਿਮਿਟਿਡ, ਭਾਰਤ ਹੈਵੀ ਇਲੈਕਟ੍ਰੋਨਿਕ ਲਿਮਿਟਿਡ, ਇਹਨਾਂ ਦੀਸ ਕੰਪਨੀਜ਼ ਇਹਦੇ ਵਿੱਚ ਕਿਵੇਂ ਕੀਤਾ ਸੀਗਾ, ਜੈਪਨੀਜ਼ ਪੈਟਰਨ ਫੋਲੋ ਕੀਤਾ ਸੀ ਇਹਨਾਂ ਨੇ। ਕਾਮਨ ਕੈਂਟੀਨ, ਕਾਮਨ ਯੂਨੀਫਾਰਮ, ਜਿੱਥੇ ਆਫਿਸਰਸ ਅਤੇ ਵਰਕਰਸ ਦੀ ਸੇਮ ਯੂਨੀਫਾਰਮ, ਸੇਮ ਕੈਂਟੀਨ, ਠੀਕ ਹੈ। other ideas of Fauci such as lifelong employment, imbibing of common work culture, participative decision making, honors bearing temporary in order to provide cohesion of work may be difficult to implement, ਜਿਹੜੀਆਂ ਇਹ ਚੀਜ਼ਾਂ ਨੇ ਨਾ ਕਿ ਹਾਂਜੀ ਹੁਣ ਜਿਵੇਂ ਲੋਕਡਾਊਨ ਸੀਗਾ ਲੱਗਿਆ ਤਾਂ ਆਪਾਂ ਨੇ ਕੰਪਨੀਜ਼ ਨੇ ਆਪਣੇ ਵਰਕਰਸ ਨੂੰ ਕੱਟ ਦਿੱਤਾ, ਕਈ ਕਾਲਜਿਸ ਨੇ ਟੀਚਰਸ ਨੂੰ ਸੈਲਰੀ ਦੇਣਾ ਬੰਦ ਕਰਤਾ, ਅਤੇ ਇਹ ਚੀਜ਼ਾਂ ਕੀ ਨੇ, ਇਹ ਸਾਰੀਆਂ ਆਪਣੇ ਇੰਡੀਆ ਦੇ ਵਿੱਚ ਕਦੇ ਵੀ ਫੋਲੋ ਨਹੀਂ ਹੋ ਸਕਦੀਆਂ, ਠੀਕ ਹੈ। ਦ ਡਿਫਰੈਂਸ ਇਨ ਕਾਸਟ, ਕਲਚਰ, ਰਿਲੀਜਨ, ਇਹ ਫਰਕ ਹੁੰਦਾ ਹੀ ਰਹਿੰਦਾ ਹੈ, ਠੀਕ ਹੈ। ਨੈਕਸਟ ਹੈ ਵਰੂਮਸ ਐਕਸਪੈਕਟੈਂਸੀ ਥਿਊਰੀ। ਵਰੂਮਸ ਐਕਸਪੈਕਟੈਂਸੀ ਥਿਊਰੀ ਦਾ ਮਤਲਬ ਮੇਨ ਉਹਨੇ ਕੀ ਇਨਫਲੂਐਂਸ ਕੀਤਾ ਸੀਗਾ ਕਿ ਜਦ ਪਰਸਨ ਇਹਦੇ ਵਿੱਚ ਕੋਈ ਪਰਟੀਕੂਲਰ ਕਿਸੇ ਹਿਊਮਨ ਬਿਹੇਵੀਅਰ ਬਾਰੇ ਨਹੀਂ ਦੱਸਿਆ ਹੋਇਆ, ਇਹਦੇ ਵਿੱਚ ਦੱਸਿਆ ਹੋਇਆ ਇੰਡੀਵਿਜੂਅਲ ਟੂ ਇੰਡੀਵਿਜੂਅਲ ਦੱਸਿਆ ਹੋਇਆ ਕਿ ਮੈਂ ਕੁਝ ਸਪੋਜ਼ ਆਪਣੀ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੀ ਹਾਂ, ਵਟ ਆਈ ਐਕਸਪੈਕਟ ਫਰੋਮ ਐਨ ਆਰਗੇਨਾਈਜੇਸ਼ਨ, ਹੈ ਨਾ, ਵਟ ਆਈ ਐਕਸਪੈਕਟ ਅ ਰਿਵੋਰਡ ਬੈਕ ਫਰੋਮ ਆਰਗੇਨਾਈਜੇਸ਼ਨ, ਮੈਂ ਕਿੰਨਾ ਕੁ ਮੈਂ ਆਪਣੀ ਐਬਿਲਿਟੀ ਹੈ, ਮੈਂ ਕਿੰਨਾ ਕੁ ਕੰਮ ਕਰ ਸਕਦੀ ਹਾਂ ਅਤੇ ਉਸ ਤੋਂ ਬਾਅਦ ਮੈਨੂੰ ਕੀ ਰਿਵਰਟ ਬੈਕ ਆਰਗੇਨਾਈਜੇਸ਼ਨ ਦੇ ਰਹੀ ਹੈ, ਠੀਕ ਹੈ। ਠੀਕ ਹੈ, ਇਹਦੇ ਵਿੱਚ ਕੀ ਹੈ, ਦਿਸ ਮੋਡਲ ਇਜ਼ ਬੇਸਡ ਔਨ ਦ ਬਿਲੀਵ ਦੈਟ ਮੋਟੀਵੇਸ਼ਨ ਤਦ ਹੀ ਆਉਂਦੀ ਹੈ ਜਦ ਇੱਕ ਮਤਲਬ ਪੀਪਲ ਨੂੰ ਰਿਵਾਰਡ ਉਸ 'ਤੇ ਇਕਨੋਲੇਜ 'ਤੇ ਮਿਲੇਗਾ, ਜੋ ਉਹ ਚਾਹੁੰਦਾ, ਜੋ ਉਸਨੇ ਜੋ ਪਰਫੋਰਮ ਕੀਤੀ ਹੈ ਉਸ ਦੇ ਰਿਜ਼ਲਟ 'ਤੇ ਉਸਨੂੰ ਰਿਵਾਰਡ ਮਿਲੇਗਾ, ਠੀਕ ਹੈ। ਕਿਉਂਕਿ ਬਿਕੋਜ਼ ਹਿਊਮਨ ਦੀ ਰੈਸ਼ਨਲ ਥਿੰਕਿੰਗ ਹੁੰਦੀ ਹੈ, ਉਹ ਮੈਕਸੀਮਮ ਕਹੇਗਾ ਕਿ ਮੈਨੂੰ ਮੈਕਸੀਮਮ ਰਿਵਾਰਡ ਮਿਲਣ, ਠੀਕ ਹੈ। ਪੀਪਲ ਵਿਲ ਬੀ ਹਾਈਲੀ ਮੋਟੀਵੇਟਡ ਇਫ ਦੇ ਆਰ ਮੇਡ ਟੂ ਬਿਲੀਵ ਦੈਟ ਇਫ ਦੇ ਬਿਹੇਵ ਇਨ ਅ ਪਰਟੀਕੂਲਰ ਵੇ ਦੇ ਵਿਲ ਰਿਸੀਵ ਅ ਸਰਟਨ ਟਾਈਪ ਆਫ ਆਊਟਕਮ। ਅਗਰ ਉਹ ਜ਼ਿਆਦਾ ਉਦੋਂ ਕੰਮ ਕਰਨਗੇ ਜਦੋਂ ਉਹਨਾਂ ਨੂੰ ਦੱਸਿਆ ਜਾਵੇ ਵੀ ਅਗਰ ਤੁਸੀਂ ਇਹ ਕੰਮ ਇੰਨਾ ਕੰਪਲੀਟ ਕਰੋਗੇ ਤਾਂ ਤੁਹਾਨੂੰ ਇਹ ਆਊਟਕਮ ਮਿਲੇਗਾ, ਠੀਕ ਹੈ। ਇਹਨੇ ਇੱਕ ਇਕੁਏਸ਼ਨ ਬਣਾਈ, ਵੈਲੈਂਸ into expectancy into instrumentality, ठीक है, balance expectancy and instrumentality, ठीक है। so let's read about ਇਹ ਤਾਂ ਹੁੰਦਾ ਕਿ expectancy, instrumentality, balance, ਜਿੰਨੀ ਆਪਣੀ ਐਕਸਪੈਕਟੈਂਸੀ ਹੋਏਗੀ ਉਨੀ ਆਪਾਂ ਨੂੰ, ਜਿੰਨਾ ਆਪਣਾ ਐਕਸਪੈਕਟੈਂਸੀ ਉਨਾ ਆਪਾਂ ਨੂੰ ਪਰਫੋਰਮੈਂਸ ਰਿਵਰਟ, ਉਨਾ ਹੀ ਆਪਣਾ ਜੋ ਵੀ ਆਪਣਾ ਆਊਟਕਮ ਹੋਏਗਾ ਉਹੀ ਆਪਾਂ ਨੂੰ ਅੱਗੇ ਕੀ ਮਿਲ ਜਾਏਗਾ, ਰਿਵਾਰਡਸ ਮਿਲ ਜਾਣਗੇ ਆਪਾਂ ਨੂੰ, ਦੈਟ ਇਜ਼ ਬੈਲੈਂਸ। ਪਹਿਲਾਂ ਆਪਾਂ ਰੀਡ ਕਰਦੇ ਹਾਂ ਐਕਸਪੈਕਟੈਂਸੀ। ਐਕਸਪੈਕਟੈਂਸੀ ਕੀ ਹੁੰਦਾ ਕਿ ਇਹ ਐਕਸਪੈਕਟੈਂਸੀ ਉਹਨੂੰ ਕਹਿੰਦੇ ਆ ਕਿ ਜਦੋਂ ਇੰਡੀਵਿਜੂਅਲ ਆਪਣਾ
ਕਹਿੰਦਾ ਕਿ ਜੋ ਮੈਨੇ ਐਫਰਟ ਲਗਾਇਆ ਹੈ ਉਹਦੇ ਵਿੱਚ ਮੈਨੂੰ ਕੀ ਰਿਵਰਟ ਬੈਕ ਮਿਲੇਗਾ, ਕੀ ਮੇਰੀ ਹਾਈ ਪਰਫੋਰਮੈਂਸ ਮਿਲੇਗੀ। ਮਤਲਬ ਇਟ ਰੈਫਰਸ ਟੂ ਦ ਐਕਸਟੈਂਟ ਟੂ ਵਿਚ ਦ ਪਰਸਨ ਬਿਲੀਵਸ, ਉਹਨੂੰ ਲੱਗਦਾ ਹੈ ਕਿ ਜੋ ਉਸਨੇ ਐਫਰਟ ਕੀਤੇ ਨੇ ਉਹ ਐਟਲੀਸਟ ਉਸਨੂੰ ਫਸਟ ਲੈਵਲ ਆਊਟਕਮ ਮਿਲ ਜਾਣਗੇ, ਦੈਟ ਇਜ਼ ਕੰਪਲੀਸ਼ਨ ਆਫ ਦ ਟਾਸਕ। ਮਤਲਬ that a particular action will lead to an outcome if the perception in the mind of the individual of the likelihood that a particular action or behavior will lead to a certain outcome। जब उसने पता है कि उसने कोई काम किया है कि उसने आउटकम मिलेगा ही, इसका मिलेगा, ठीक है। जब पर्सन को लगता है कि हाँ अगर मैंने इस चीज़ का कोई आउटकम ही नहीं मिलेगा, जीरो, तो वो एफर्ट ही नहीं लगाता, वो काम ही नहीं करता। ऑन द अदर हैंड अगर उसनों लगता है कि हाँ मैनू अगर ये काम करने नाल मैनू हायर रिवॉर्ड्स मिलणगे, हायर आउटकम्स मिलणगे, तो वो पर्सन की अपनी पूरी दिलो जान लगा देता अपने एफर्ट्स को कंप्लीट करने लई। एक्सपैक्टेंसी इसनूं बोलते हैं आप, ठीक है। ये की होंगे एक 3 तरह की एफिशिएंसी नूं आपां डिनाई करते, एक तो सैल्फ एफिशिएंसी, गोल डिफिकल्टी, ये सेकंड है। द थर्ड वन इज़ परसीव्ड कंट्रोल। सैल्फ एफिशिएंसी का मतलब की होंदा है कि उसनों पता है कि वो अपने ते सैल्फ इन्ना एफिशिएंट समझता है कि अगर उसनों कोई टास्क करेगा तो उससे वो प्रॉपर अचीव हो जाएगा। गोल डिफिकल्टी क्योंकि उसनों पता है कि गोल ही इन्ना डिफिकल्ट है, उसनों ट्राई करन दा ट्राई ही नहीं करता, तो वो लो एक्सपैक्टेंसी हो जाती है। परसीव्ड कंट्रोल की होंदा, इंडिविजुअल मस्ट बिलीव दैट दे हैव सम डिग्री ऑफ कंट्रोल ओवर द एक्सपैक्टेड आउटकम। जो उसनों वो बिलीव करता है कि जो उसका एक्सपैक्टेड आउटकम आएगा तो उसका उस पर कंट्रोल होएगा, ठीक है, वो उसनों रिलेट कर सकता है। नैक्सट अपने को आ जाता है इंस्ट्रूमेंटल परफॉर्मेंस, ठीक है। ये आप परफॉर्मेंस करते हैं, परफॉर्मेंस के बेसिस पर होंगी है, ठीक है। इंस्ट्रूमेंटल इज़ द बिलीव दैट अ पर्सन विल रिसीव ए रिवॉर्ड इफ द परफॉर्मेंस एक्सपैक्टेशंस इज मेट। अगर उसने परफॉर्मेंस की, अगर उसकी जो उसने एक्सपैक्ट किया से वो फुलफिल हो गया तो परसन को रिवॉर्ड मिलेगा। रिवॉर्ड इन द सेंस किवें मिल सकता है, उसकी पेमेंट इनक्रीज़ हो सकती है, उसका प्रमोशन हो सकता है, उसनों रिकगनाइजेशन मिल सकता है, उसनों कुछ एकम्पलिशमेंट मिल सकता है, ठीक है। अगर उसनों जिवें उन्हें किया हाई सेल्स किया, कुछ उसनों सेल का टारगेट मिलिया कि अगर वो इन्नी सेल करेगा तो उसनों कमीशन मिलेगा, तो उसने एक तो पहला सेल का टारगेट किया, फिर उसनों कमीशन, पहला उसनों अपनी सैलरी मिली, फिर कमीशन मिलिया, फिर कई बार उसनों बोनस भी मिल सकता है, ठीक है। अगर अपना ट्रस्टिंग द पीपल हू विल डिसाइडेड हू गैट्स वॉट आउटकम बेस्ड ऑन द परफॉर्मेंस। ये की होंगे मेन फंक्शन की होंगे अपन एक दूजे पर ट्रस्ट करना चाहिए, ठीक है। फॉर एग्जाम्पल देखो, इफ एन इंडिविजुअल वॉन्ट्स ए प्रमोशन, उन्होंने प्रमोशन चाहिए एंड फील्स दैट सुपीरियर परफॉर्मेंस इज़ वेरी, उन्होंने पता है कि अगर वो परफॉर्मेंस अपने सुपीरियर करेगा तो ही उन्होंने प्रमोशन आएगा। उन्हें सुपीरियर परफॉर्मेंस इज़ द फर्स्ट लेवल आउटकम, फर्स्ट लेवल आउटकम जो अपने एक्सपैक्टेशन रखी सी ऑफ सुपीरियर परफॉर्मेंस फर्स्ट लेवल है। जो सेकेंड लेवल है वो है प्रमोशन। सुपीरियर परफॉर्मेंस विल बी इंस्ट्रूमेंटल इन ऑब्टेनिंग द डिजायर्ड प्रमोशन। ये इंस्ट्रूमेंट है सुपीरियर परफॉर्मेंस कि आप एज ए इंस्ट्रूमेंट यूज़ करांगे क्योंकि अपन की चाहिए प्रमोशन, डिजायर्ड प्रमोशन। The value of instrumental also varies to 0 to 1 as it to the probability of achieving the desired outcome। ये भी 0 to 1, अगर अपना कुछ आप एफर्ट्स ही नहीं लगावांगे तो 0 होएगी, अगर एफर्ट्स करांगे तो 1 होएगी, ठीक है। नैक्सट अपना बैलेंस। बैलेंस मतलब की होंगे आपां रिवॉर्ड बैक जो आप आउटकम किया, आप जिवें हुण आप सुपीरियर परफॉर्मेंस करती तो ये की होंगे आपां अपने की रिवॉर्ड्स है, अपनी की नहीं, अपनी आपां रिवॉर्ड मिल गया प्रमोशन, ठीक है। जो आपां बट रिवॉर्ड मिलिया वो आपां ने जो सोचा सी वो उवें दा ही मिलिया, समझ रहे हो। देखो थोड़ी जी कन्फ्यूजिंग है। एक्सपैक्टेंसी मतलब की हो गया कि तुसी एक्सपैक्ट कर रहे हो दैट इफ़ आई वॉन्ट टू बिकम एन अ डॉक्टर, तो डॉक्टर इज़ माई एक्सपैक्टेंसी, then I will decide what will be the outcome if I will become an doctor, है ना। कि मैनू की एफर्ट्स करने पैणगे
ਮੈਨੂੰ ਕੀ ਉਸਨੂੰ ਅਚੀਵ ਕਰਨ ਲਈ ਐਫਰਟਸ ਕਰਨੇ ਪੈਣਗੇ, ਹੈ ਨਾ, ਵੀ ਮੈਂ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ। ਇੰਸਟਰੂਮੈਂਟਲ ਮਤਲਬ ਅਗਰ ਮੈਨੂੰ ਇੱਕ ਚੀਜ਼ 'ਤੇ ਹਾਂ ਠੀਕ ਹੈ, ਨਾਓ ਆਈ ਡਿਸਾਈਡਡ ਦੈਟ ਆਈ ਹੈਵ ਟੂ ਬਿਕਮ ਐਨ ਡਾਕਟਰ, ਠੀਕ ਹੈ, ਫਿਰ ਮੈਂ ਉਸ 'ਤੇ ਦੇਖੂੰਗੀ ਕਿ ਹਾਂ ਵੀ ਮੈਨੂੰ ਫਿਰ ਮੇਰੀ ਜੋ ਪਰਸਨਲ ਮੈਨੂੰ ਗੋਲ ਚਾਹੀਦੇ ਸੀ ਉਹ ਮੇਰੇ ਕੰਪਲੀਟ ਹੋ ਰਹੇ ਨੇ। ਜੋ ਮੇਰਾ ਡਾਕਟਰ ਬਣਨ ਦਾ ਸਫ਼ਰ ਹੈ ਉਸ ਨੂੰ ਮੈਂ ਪੜ੍ਹਾਈ ਕਰ ਰਹੀ ਹਾਂ, ਸੁਪੀਰੀਅਰ ਪਰਫੋਰਮੈਂਸ ਕਰ ਰਹੀ ਹਾਂ, ਪ੍ਰੋਪਰ ਆਪਣੀ ਨੀਟ ਵਗੈਰਾ ਦੀ ਤਿਆਰੀ ਕਰ ਰਹੀ ਹਾਂ, ਠੀਕ ਹੈ, ਦੈਟ ਇਜ਼ ਮਾਈ ਸੁਪੀਰੀਅਰ ਪਰਫੋਰਮੈਂਸ। ਰਿਵਾਰਡ ਬੈਕ ਇਹਦੇ ਵਿੱਚ ਮੈਨੂੰ ਕੀ ਮਿਲ ਗਿਆ, ਸੈਕਿੰਡ ਲੈਵਲ ਆਊਟਕਮ ਕੀ ਹੋ ਗਿਆ ਕਿ ਮੇਰਾ ਡਾਕਟਰ ਦਾ ਐਗਜ਼ਾਮ ਕਲੀਅਰ ਹੋ ਗਿਆ। ਹੁਣ ਕੀ ਹੈ ਬੈਲੈਂਸ, ਕਿ ਮੈਂ ਜਦ ਡਾਕਟਰ ਦਾ ਐਗਜ਼ਾਮ ਮੇਰਾ ਕਲੀਅਰ ਹੋ ਗਿਆ ਕਿ ਮੈਂ ਉਸ ਤੋਂ ਸੈਟਿਸਫਾਈ ਹਾਂ ਜਾਂ ਨਹੀਂ ਹਾਂ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਅਗਰ ਪਰਸਨ ਨੇ ਜੋ ਸੋਚਿਆ ਸੀ, ਜੋ ਉਸਨੇ ਐਫਰਟਸ ਲਗਾਏ, ਠੀਕ ਹੈ, ਜੋ ਪਰਸਨ ਨੇ ਸੋਚਿਆ ਸੀ ਅਤੇ ਜੋ ਉਸਨੇ ਐਫਰਟ ਲਗਾਏ ਤਾਂ ਉਹ ਤਾਂ ਪੋਜ਼ੀਟਿਵ 1 ਆਪਣਾ ਰਿਵਰਟ ਹੁੰਦਾ, ਠੀਕ ਹੈ, ਪੋਜ਼ੀਟਿਵ ਹੁੰਦਾ। ਅਗਰ ਜੋ ਪਰਸਨ ਆਪਣਾ ਚਾਹੁੰਦਾ ਹੀ ਨਹੀਂ ਇਹ ਆਊਟਕਮ, ਵੀ ਮੈਨੂੰ ਪਰਸਨ ਨੂੰ ਮਿਲ ਗਿਆ ਰਿਕਗਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ, ਪਰ ਪਰਸਨ ਨੂੰ ਚਾਹੀਦਾ ਸੀ ਪ੍ਰਮੋਸ਼ਨ, ਤਾਂ ਦੈਟ ਵਿਲ ਲੀਡ ਟੂ ਨੈਗੇਟਿਵ ਆਊਟਕਮ, ਨੈਗੇਟਿਵ, ਠੀਕ ਹੈ। ਅਗਰ ਹੁੰਦਾ ਪਰਸਨ ਇਨਡਿਫਰੈਂਟ ਟੂ ਆਊਟਕਮ ਕਿ ਉਸਨੂੰ ਕੋਈ ਮਤਲਬ ਹੀ ਨਹੀਂ ਕਿਸੇ ਵੀ ਆਊਟਕਮ ਤੋਂ, ਉਸ ਤੋਂ ਬਹੁਤ ਦੂਰ ਦੂਰ ਤੱਕ ਹੈ, ਤਾਂ ਦੈਟ ਬੈਲੈਂਸ ਲੀਡਸ ਟੂ ਅ 0, ਠੀਕ ਹੈ। ਉਸਨੇ ਮੋਟੀਵੇਸ਼ਨ ਦੇ ਵਿੱਚ 3 ਫੈਕਟਰਸ ਦੱਸੇ ਸੀ, ਬੈਲੈਂਸ, ਇਨਟੂ ਐਕਸਪੈਕਟੈਂਸੀ, ਇਨਟੂ ਇੰਸਟਰੂਮੈਂਟੈਲਿਟੀ। ਸਭ ਤੋਂ ਪਹਿਲਾਂ ਆਪਾਂ ਵੈਸੇ ਐਕਸਪੈਕਟੈਂਸੀ, ਨੈਕਸਟ ਇੰਸਟਰੂਮੈਂਟੈਲਿਟੀ, ਦੈਨ ਥਰਡ ਵਨ ਇਜ਼ ਬੈਲੈਂਸ, ਠੀਕ ਹੈ। ਨੈਕਸਟ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਰੀਡ ਕਰਦੇ ਹਾਂ। ਥੈਂਕ ਯੂ ਸੋ ਮਚ।